ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜਿੱਥੇ ਅੱਜ ਦੀ ਇਸ ਮਹਿਫਲ ਦੇ ਵਿੱਚ ਉੱਥੇ ਸਭ ਤੋਂ ਵੱਡੀ ਖਬਰ ਜਿਹੜਾ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਵਿਰਾਸਤੀ ਜਿਹੜਾ ਕਰਾ ਦਿੱਤਾ ਗਿਆ ਪੁਰਾਤਤਵ ਵਿਭਾਗ ਨੇ ਗਲਿਆਰੇ ਦੇ ਅਧਿਕਾਰੀਆਂ ਨੂੰ ਜਿਹੜੀ ਸੌਂਪੀ ਹੈ ਰਿਪੋਰਟ ਹੁਣ ਲੱਗਾ ਯੂ ਟਰਨ ਵੱਜਣ ਤੇ ਇਹ ਆਪਾਂ ਗੱਲਬਾਤ ਕਰਾਂਗੇ। ਤੁਹਾਡੇ ਕੋਲ ਜ਼ਿਆਦਾ ਡਿਟੇਲ ਹੁੰਦੀ ਹੈ, ਇਨਫੋਰਮੇਸ਼ਨ ਹੁੰਦੀ ਹੈ, ਕੀ ਕਹਿਣਾ ਚਾਹੋਗੇ? ਜਿਹੜਾ ਪੁਰਾਤਤਵ ਵਿਭਾਗ ਚੰਡੀਗੜ੍ਹ ਤੋਂ ਟੀਮ 20 ਜੁਲਾਈ ਨੂੰ ਆਈ ਸੀ, ਉਸ ਪੁਰਾਤਤਵ ਵਿਭਾਗ ਨੇ ਇਹ ਕਿਹਾ ਇਹਦੇ ਚ ਲਖੌਰੀ ਇੱਟਾਂ ਤੇ ਚੂਨਾ ਲੱਗਾ ਤੇ ਇਹ ਜਿਹੜੀ ਇਮਾਰਤ ਹੈ ਇਹ ਮੱਧ ਕਾਲ ਦੀ ਲੱਗਦੀ ਔਰ ਇਹ ਰਿਹਾਇਸ਼ੀ ਇਮਾਰਤ ਲੱਗਦੀ ਹੈ। ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਵੀ ਇੱਥੇ ਸਾਰੇ ਬੁੰਗੇ ਹੁੰਦੇ ਸੀ, ਨਕਈ ਬੁੰਗਾ ਸੀ, ਮਹਾਰਾਜਾ ਸ਼ੇਰ ਸਿੰਘ ਦਾ ਬੁੰਗਾ ਸੀ, ਮਹਾਰਾਜਾ ਚੰਦਪੁਰ ਦਾ ਬੁੰਗਾ, ਵੱਖ-ਵੱਖ ਬੁੰਗੇ ਸੀਗੇ। ਹਾਂਜੀ, ਆਪਾਂ ਵੀ ਜ਼ਿਕਰ ਕੀਤਾ ਸੀ ਵੀ ਹੋ ਸਕਦਾ ਵੀ ਹਾਥੀ ਖਾਨੇ ਦੇ ਵਿੱਚ ਹਾਥੀ ਤੇ ਘੋੜੇ ਬੰਨ ਕੇ ਜਿਹੜੇ ਸਾਡੇ ਜਰਨੈਲ ਨੇ, ਸਾਡੇ ਉਸ ਟਾਈਮ ਸਰਦਾਰ ਸੀਗੇ, ਉਹ ਆਪਣੇ ਹਥਿਆਰ ਇਹਨਾਂ ਜਗ੍ਹਾ ਤੇ ਰੱਖ ਕੇ ਤੇ ਫਿਰ ਦਰਬਾਰ ਜਾਂਦੇ ਸੀ। ਹੋ ਸਕਦਾ ਇਹ ਵੀ ਜ਼ਿਕਰ ਕੀਤਾ ਸੀ ਕਿ ਸੰਤ ਸਿੰਘ ਹੋਰੀ ਇਕੱਲੇ ਧਾਰਮਿਕ ਆਗੂ ਨਹੀਂ। ਤੁਹਾਨੂੰ ਪਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਵੀ ਉੱਥੇ ਪਿਆ ਸੀ ਨਾ, ਪਹਿਲਾਂ ਤਿਆਗਮਲ ਹੁੰਦਾ ਸੀ, ਤੇਗ ਬਹਾਦਰ ਸਾਹਿਬ ਤੋਂ ਗੁਰੂ ਸਾਹਿਬ ਨੂੰ ਨਾਂ ਦਿੱਤਾ ਸੀ। ਬਿਲਕੁਲ, ਤੇਗ ਵੀ ਚਲਾਉਣੀ ਜਾਣਦਾ, ਤੇਗ ਵੀ ਚਲਾਉਣੀ ਜਾਣਦੇ ਸੀ। ਲੜਾਈਆਂ ਲੜੀਆਂ ਉਹਨਾਂ ਨੇ, ਗੁਰੂ ਹਰਗੋਬਿੰਦ ਸਾਹਿਬ ਲੜੀਆਂ ਤੇ ਸੰਤ ਸਿੰਘ ਹੋਰੀ ਜਿਹੜੇ ਝੰਗ ਦੇ ਇੱਕ ਜੰਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੋਰੀ ਜ਼ਖਮੀ ਹੋ ਗਏ ਸੀ ਤੇ ਉਹਨਾਂ ਨੂੰ ਚੁੱਕ ਕੇ ਲਿਆਏ ਸੀ, ਨਾਲ ਲੜੇ ਸੀ ਉਹਨਾਂ ਦੇ ਬਕਾਇਦਾ। ਤੇ ਸੰਤ ਸਿੰਘ ਹੋਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਸੀ ਇਹ ਫਿਰ ਵਿਰਾਸਤ ਜਿਹੜੀ ਹਵੇਲੀ ਸੀ 1200 ਗਾਈ ਦੀ ਉਹ ਦਿੱਤੀ ਸੀ ਇਹ ਇਨਾਮ ਦੇ ਵਜੋਂ, ਜਿੱਥੇ ਉਹਨਾਂ ਦੀ ਰਹਿਸ ਸੀ ਤੇ ਉਹਨਾਂ ਨੂੰ ਗਿਆਨੀਆਂ ਦਾ ਲੱਭ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸੀ। ਉਹਨਾਂ ਦੇ ਵੱਡ ਵਡੇਰੇ ਸ਼ਾਇਦ ਰਾਮ ਸਿੰਘ ਹੋਰੀ ਸੀਗੇ। ਗੁਰੂ ਸਾਹਿਬ ਨੇ ਕੋਈ ਟ੍ਰਾਂਸਲੇਟ ਕਰਾਉਣੀ ਸੀ, ਮੇਰੇ ਖਿਆਲ ਫਾਰਸੀ ਤੋਂ ਕਰਾਉਣੀ ਸੀ, ਕਿੱਥੋਂ ਕਰਾਉਣੀ ਸੀ, ਉਹ ਫਾਰਸੀ ਉਹਨਾਂ ਕੀਤੀ ਸੀ ਉਦੋਂ। ਤੇ ਗੁਰੂ ਸਾਹਿਬ ਨੇ ਉਦੋਂ ਲਕਬ ਦਿੱਤਾ ਸੀ ਵੀ ਤੁਹਾਡਾ ਪਰਿਵਾਰ ਵਾਲੇ ਸਮੇਤ ਗਿਆਨੀ ਹੋਏਗਾ। ਹੁਣ ਸੰਤ ਸਿੰਘ ਹੋਰੀ ਇਸ ਜਗ੍ਹਾ ਦੇ ਉੱਤੇ ਜਿਹੜੇ ਬੱਚਿਆਂ ਨੂੰ ਸੰਥਿਆ ਵੀ ਦਿੰਦੇ ਸੀ। ਇਹ ਜਗ੍ਹਾ ਦੀ ਗੱਲ ਜਿਹੜੀ ਕਰਦੇ ਆ ਜੋ ਸਾਹਮਣੇ ਆ ਰਿਹਾ ਇਸ ਸਭ ਕੁਛ। ਤੇ ਜੇ ਪੁਰਾਤਤਵ ਵਿਭਾਗ ਨੇ ਕਹਿ ਦਿੱਤਾ ਵੀ ਇਹ ਮੱਧ ਕਾਲ ਦੀ ਇਮਾਰਤ ਹੈ, ਲਖੌਰੀ ਇੱਟਾਂ ਤੇ ਚੂਨਾ ਲੱਗਾ ਤੇ ਇਹਨੂੰ ਸੰਭਾਲਿਆ ਜਾਣਾ ਚਾਹੀਦਾ ਵਾ। ਉਹਨਾਂ ਜ਼ਿਲ੍ਹੇ ਦੇ DC ਨੂੰ ਵੀ ਕਹਿ ਦਿੱਤਾ ਤੇ ਗਲਿਆਰਾ ਪ੍ਰੋਜੈਕਟ ਉਹਦੇ ਵਦੀਪ ਦੇ ਡਾਇਰੈਕਟਰ, ਐਡੀਸ਼ਨਲ ਡਾਇਰੈਕਟਰ, ਉਹਨੂੰ ਰਿਪੋਰਟ ਸੌਂਪ ਦਿੱਤੀ। ਤੇ ਹੁਣ ਸੁੱਤੀ ਪਈ ਸ਼੍ਰੋਮਣੀ ਕਮੇਟੀ ਜਾ ਕੇ ਵੀ ਅਸੀਂ ਵਿਰਾਸਤ ਸੰਭਾਲਾਂਗੇ। ਲਾ ਦੋ ਸੰਗ ਮਾਰ ਹੁਣ ਜੋ ਮਰਜ਼ੀ ਲਾ ਦੋ ਜੀ, ਹੁਣ ਤੁਹਾਡੇ ਤੇ ਡਿਪੈਂਡ ਕਰਦਾ, ਮਰਜ਼ੀ ਲਾ ਦੋ ਭੂਰੀਵਾਲ ਨੂੰ ਕਹੋ ਵੀ ਉਹ ਇੱਟਾਂ ਨਹੀਂ ਦਿਖਣੀ ਚਾਹੀਦੀ ਨਾਨਕਸ਼ਾਹੀ। ਤੇ ਉਹੀ ਕਹਿੰਦੇ ਸੀ ਭੂਰੇ ਵਾਲੇ, ਇਹ ਐਵੇਂ ਲੋਕ ਰੌਲਾ ਪਾਉਂਦੇ ਆ। ਹੈ ਕੀ ਆ ਇੱਥੇ? 4 ਇੱਟਾਂ ਹੀ ਆ ਪੁਰਾਣੀਆਂ ਲੱਗੀਆਂ, ਹੋਰ ਕੀ ਇੱਥੇ? ਅਸੀਂ ਤੇ ਕੰਮ ਕਰਦੇ ਢਾਵਾਂਗੇ, ਕੋਈ ਗੱਲ ਨਹੀਂ, ਰੋਕੇ ਵਿਖਾਏ ਸਾਨੂੰ। ਉਹ ਤੇ ਭਾਈ ਬਲਦੇਵ ਸਿੰਘ ਵਡਾਲਾ ਵਾਲੀ ਸਮੇਂ ਸਿਰ ਨਾਜੇ ਦੇ ਵਿੱਚ ਜ਼ਿਆਦਾ ਨੇ ਫੱਕੇ। ਹਿਸਟਰੀ ਜਦੋਂ ਲਿਖੀ ਜਾਊਗੀ ਭਾਈ ਬਲਦੇਵ ਸਿੰਘ ਵਡਾਲਾ ਹੋਣਾ ਦਾ ਨਾਂ ਅੱਜ ਉਸ ਵਕਤ ਜਦੋਂ ਪੜ੍ਹੀ ਜਾਊਗੀ ਸੁਨਹਿਰੀ ਅੱਖਰਾਂ ਦੇ ਵਿੱਚ ਆਵੇਗਾ। ਤੇ ਅੱਜ ਦਾ ਡਿਜੀਟਲ ਯੁੱਗ ਜਿਹੜਾ ਗੁਰਦੁਆਰਾ ਸਾਹਿਬ ਦਾ ਜੋ ਕੀ ਕਹਿੰਦੇ ਲੱਗਾ, ਜਿਹੜਾ ਉਹ ਚੇਅਰਮੈਨ ਆ, ਕੀ ਉਹਨੂੰ ਕਹਿੰਦੇ ਆ, ਜਿਹੜਾ ਪ੍ਰਧਾਨ ਆ ਜਾਂ ਵਾਟਐਵਰ ਜੋ ਵੀ ਆ ਗੁਰਦੁਆਰਾ ਸਾਹਿਬ ਦਾ ਸੈਕਟਰੀ ਜਾਂ ਕੁਝ ਖਜ਼ਾਨਚੀ ਜੋ ਵੀ, ਉਹਦੀ ਬੋਲੀ ਵੀ ਵੇਖੀ ਜਾਊਗੀ ਵੀ ਇਹੋ ਜਿਹੇ ਸਿੱਖ ਵੀ ਸੀ। ਤੇ ਜਦੋਂ ਜਾਣਗੇ ਨਾ ਫਿਰ ਉਹ ਨਰੈਣੂ ਤੱਕ ਤੇ ਯਾਦਾਂ ਫਿਰ ਜੋੜਨਗੇ ਕਿ ਵਾਕਿਆ ਯਾਰ ਉਸ ਵਕਤ ਵੀ ਇਹੋ ਜਿਹੇ ਬੰਦੇ ਕੁਝ ਬਚੇ ਸਨ ਜਿਨ੍ਹਾਂ ਦੀ ਸ਼ਬਦਾਵਲੀ ਉਹਦੇ ਨਾਲ ਰਲਦੀ ਮਿਲਦੀ ਸੀ। ਬਾਕੀ ਤੁਸੀਂ ਅੱਗੇ ਗੱਲ ਤੋਰ ਲਓ। ਬਿਲਕੁਲ ਜੀ ਬਿਲਕੁਲ। ਹੁਣ ਇਹ ਜਿਹੜੀ ਚੀਜ਼ ਆ ਇਹਨੂੰ ਕਹਿ ਦਿੱਤਾ ਵੀ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਤਿਹਾਸ ਵਿਭਾਗ ਆ ਉਹ ਇਹਨਾਂ ਦੀ ਹੋਰ ਖੋਜ ਕਰੇ, ਇਹਦੇ ਵਿੱਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਆਸੇ-ਪਾਸੇ ਹੋਰ ਵੇਖਣ ਕੀ ਹੋ ਸਕਦਾ ਵਾ, ਦਰਬਾਰ ਸਾਹਿਬ ਦੇ ਆਸੇ-ਪਾਸੇ ਉੱਥੋਂ ਅੱਗੇ ਤੁਰਨ ਕੀ ਹੋ ਸਕਦਾ, ਹੋਰ ਵੀ ਬੜਾ ਕੁਝ ਹੋ ਸਕਦਾ ਉੱਥੇ। ਅੱਛਾ, ਇਹ ਫਿਰ ਬਚੀ ਹੈ ਕਿਉਂ? ਇਹ ਇਮਾਰਤ ਬਚੀ ਕਿਉਂ? ਇਹ ਢਾਈ ਕਿਉਂ ਨਹੀਂ ਗਈ?
ਜਿਹੜੇ ਗਲਿਆਰੇ ਠੇਕੇਦਾਰ ਧਰਮ ਸਿੰਘ ਨੂੰ ਠੇਕਾ ਦਿੱਤਾ ਗਿਆ ਸੀ ਇਮਾਰਤਾਂ ਢਾਉਣ ਦਾ ਗਲਿਆਰੇ ਵਾਲੀਆਂ, ਜਿਹੜੇ ਉਹਦੇ ਨਾਲ ਬੰਦੇ ਲੱਗੇ ਸੀ, ਮਿਸਤਰੀ ਲੱਗੇ ਸੀ, ਮੈਂ ਉਹਨੂੰ ਮਿਲਿਆ ਸੀ ਉਹਨਾਂ ਨੂੰ। ਉਹ ਕਹਿੰਦੇ ਇਹ ਇਮਾਰਤ ਸਿਰਫ ਇਸ ਕਰਕੇ ਬਚੀ ਸੀ ਕਿ ਇਹਦੇ ਵਿੱਚ ਨਾ ਤੇ ਕੋਈ ਇੱਟਾਂ ਚੰਗੀਆਂ ਹੈਗੀਆਂ ਸੀ, ਨਵੀਆਂ ਇੱਟਾਂ ਹੈਗੀਆਂ ਸੀ, ਨਾ ਇਹਦੇ ਚ ਕੋਈ ਸਰੀਆ ਹੈਗਾ ਜਿਹੜਾ ਸਾਡੇ ਕੰਮ ਆ ਸਕਦਾ, ਜਿਹੜਾ ਸਾਡੇ ਕੰਮ ਆ ਸਕਦਾ। ਜੇ ਉਹ ਹੁੰਦਾ ਤੇ ਫਿਰ ਇਹ ਵੀ ਢਹਿ ਜਾਣੀ ਸੀ। ਤੇ ਇਹ ਜਦੋਂ ਵੇਖਿਆ ਵੀ ਛੋਟੀ ਇੱਟ ਦੀ ਬਣੀ ਆ ਤੇ ਇਹਦੇ ਚ ਕੁਝ ਨਿਕਲਣਾ ਨਹੀਂ, ਤੇ ਅਸੀਂ ਉੱਥੇ ਮਿੱਟੀ ਪਾ ਕੇ ਦੱਬਦਾ। ਉਦੋਂ ਗਿਆਨੀ ਅਸੀਂ ਤੇਜ਼ੀ ਮੇਰੀ ਕੋਈ ਨਹੀਂ ਬਣਦੀ। ਬਿਲਕੁਲ ਤੂੰ ਬਿਲਕੁਲ ਉਦੋਂ ਸਰਕਾਰ ਨੂੰ ਕਹਿੰਦੇ ਭਾਈ ਇਹ ਪੁਰਾਤਨ ਵਿਭਾਗ ਨੇ ਆ ਜਿਹੜੀ ਚੀਜ਼ ਹੈ ਸਾਡੀ ਪੁਰਾਤਨ ਹੈਗੀ, ਇਹਨੂੰ ਸੰਭਾਲਿਆ ਜਾਵੇ। ਭਾਵੇਂ ਕਿ ਹੁਣ ਕਹੀ ਜਾਂਦਾ, ਉਦੋਂ ਕਿਹਾ ਸੀ ਨਾ ਜੀ, ਕਿਹਾ ਸੀ ਨਹੀਂ ਸੰਭਾਲਿਆ, ਵੱਖਰੀ ਗੱਲ ਆ। ਲੇਕਿਨ ਉਸ ਟਾਈਮ ਤੇ ਮਾਵਾ ਪੁੱਤ ਨਹੀਂ ਸੰਭਾਲਦੀਆਂ ਜਦੋਂ ਇਹ ਗੁਜ਼ਾਰਾ। ਮੈਂ ਤੁਹਾਡਾ ਸਹਿਮਤ। ਪੱਟੀ ਸਾਹਿਬ, ਇੱਥੇ ਗੱਲ ਇੱਕ ਹੋਰ ਨਿਕਲ ਕੇ ਸਾਹਮਣੇ ਆਉਂਦੀ ਹੈ ਵੀ ਕਿੰਨੇ ਫੁੱਟ ਡੂੰਘਾ ਪੁੱਟਿਆ ਗਿਆ ਜਿੱਥੋਂ ਇਹ ਨਿਕਲੀ ਆ ਇਤਿਹਾਸਕ ਜਿਹੜੀ ਵੀ ਬਿਲਡਿੰਗ, ਜਿਹੜੀ ਮਤਲਬ ਪੁਰਾਤਨ ਵਿਭਾਗ ਨੇ ਜੋ ਨਿਕਲਿਆ, ਜੋ ਕੁਝ ਵੀ ਹੈ, ਹਨਾ। ਬਟ ਜੀ ਇਹ ਤੋਂ ਇਹ ਨਹੀਂ ਮਹਿਸੂਸ ਹੁੰਦਾ ਕਿ ਉਸ ਵਕਤ ਵੇਖੋ ਬਣਤਰ ਕਿਹੋ ਜਿਹੀ ਹੋਵੇਗੀ। ਸਰਦਾਰ ਉਸ ਵਕਤ ਦੇ ਜਿਹੜੇ ਸਰਦਾਰ ਵੀ ਆਉਂਦੇ ਸੀ, ਰਹਿੰਦੇ ਸੀ, ਜਾਂ ਸ੍ਰੀ ਅਕਾਲ ਤਖਤ ਸਾਹਿਬ, ਉਹ ਕਿੰਨੀ ਉਚਾਈ ਤੇ ਹੋਊਗਾ। ਕਿਉਂਕਿ ਉਸ ਵਕਤ ਦਾ ਤੁਸੀਂ ਕੋਈ ਵੀ ਇਤਿਹਾਸ ਕੱਢ ਲਓ, ਜਿੰਨੇ ਵੀ ਕਿਲੇ ਨੇ ਉੱਚੀ ਥਾਂ ਤੇ ਬਣਾਏ ਜਾਂਦੇ ਸੀ ਕਿ ਦੂਰੋਂ ਵੇਖਿਆ ਜਾਵੇ ਇਹ ਵੇਖੋ ਕਿੰਨੇ ਫੁੱਟ ਜੇ ਜਗ੍ਹਾ ਉੱਚੀ ਆ। ਫਿਰ ਦਰਬਾਰ ਸਾਹਿਬ ਜਿਹੜਾ ਵਾ ਫਿਰ ਨਿਮਾਨ ਦੇ ਵੇਲੇ ਪਾਸੇ ਨੂੰ ਪੌੜੀਆਂ ਆਪਾਂ ਉਤਰਦੇ ਕਿੰਨੀਆਂ, ਹਨਾ। ਜਿੰਨੀਆਂ ਆਪਾਂ ਪੌੜੀਆਂ ਥੱਲੇ ਉਤਰਦੇ ਆ ਉਨੀਆਂ ਹੀ ਪੌੜੀਆਂ ਜੇਕਰ ਵੇਖਿਆ ਜਾਵੇ ਤੇ ਇੱਧਰਲੇ ਪਾਸੇ ਕਿਉਂਕਿ ਹੁਣ ਤਾਂ ਭਰਤੀ ਬੜੀ ਪੈ ਗਈ ਆ। ਹੁਣ ਤਾਂ ਗਲਿਆਰਾ ਯੋਜਨਾ ਦੇ ਅਧੀਨ ਬਹੁਤ ਸਾਰੇ ਲੋਕਾਂ ਨੇ ਵੈਸੇ ਵੀ ਮਤਲਬ ਧਰਤੀ ਦੇ ਥੱਲੇ ਬੜਾ ਕੁਝ ਆ। ਮਤਲਬ ਸਾਡਾ, ਮੈਂ ਆਪਣਾ ਪਿੰਡ ਫਤਿਆਬਾਦ ਦੀ ਗੱਲ ਕਰਦਾ ਕਿ ਜਿਹੜੇ ਛੋਟੇ ਹੁੰਦੇ ਸੀ ਚੁਬਾਰੇ ਵੇਖਦੇ ਹੁੰਦੇ ਸਨ, ਚੁਬਾਰੇ, ਉਹ ਚੁਬਾਰੇ ਅੱਜ ਦੁਕਾਨਾਂ ਬਣੇ ਹੋਏ ਨੇ, ਦੁਕਾਨਾਂ, ਉਹਨਾਂ ਦੇ ਉੱਤੇ ਉਹਨਾਂ ਨੇ ਲੈਂਟਰ ਚੁੱਕ ਕੇ ਪਾਏ ਨੇ। ਇੰਨਾ ਭਰਤ ਪੈ ਚੁੱਕਾ, ਇੰਨੀ ਭਰਤੀ ਪੈ ਚੁੱਕੀ ਹੈ। ਬਲੀਵ ਮੀ ਔਰ ਨਾਟ, ਮੈਂ ਪ੍ਰੂਫ ਦੇ ਸਕਦਾ ਇਸ ਗੱਲ ਦਾ। ਮੇਰੇ ਪਿੰਡੋਂ ਵੀ ਸੁਣਦੇ ਹੋਣਗੇ, ਵੇਖਦੇ ਹੋਣਗੇ। ਸਾਡੇ ਇੱਕ ਮੋੜ ਆਉਂਦਾ ਜਿਹੜਾ ਛੋਟਾ ਬਾਜ਼ਾਰ ਆ, ਉਹਦੇ ਉੱਤੇ ਇੱਕ ਚੁਬਾਰਾ ਹੁੰਦਾ ਸੀ ਕਾਂਗਰਸ ਦਾ, ਉਹ ਭਵਨ ਕਹਿੰਦੇ ਸੀ ਹੁੰਦੇ ਸੀ, ਉੱਥੇ ਆਫਿਸ ਹੁੰਦਾ ਸੀਗਾ ਭਲਿਆ ਵੇਲਿਆਂ ਦੇ ਵਿੱਚ। ਅਸੀਂ ਛੋਟੇ ਛੋਟੇ ਹੁੰਦੇ ਸੀ। ਹੁਣ ਜਾਈਦਾ ਤੇ ਉੱਥੇ ਦੁਕਾਨ ਆ ਇਕੱਲੀ, ਕਿਉਂਕਿ ਜੇ ਦੁਕਾਨ ਬਣ ਗਈ ਹੈ ਜੀ ਥੱਲੇ ਸਾਰੀ ਭਰਤੀ ਆ, ਇੰਨੀ ਨਹੀਂ ਭਰਤੀ ਪੈ ਗਈ। ਤੇ ਇੱਥੇ ਵੀ ਭਰਤੀ ਪਈ ਹੋਊਗੀ, ਪਰ ਫਿਰ ਵੀ ਇਹ ਨੀਵੀਂ ਹੈ ਜਗ੍ਹਾ। ਤੇ ਤੁਸੀਂ ਦੇਖੋ ਕਿ ਕਿੰਨੀ ਕੁ ਫੁੱਟ ਨੀਵੀਂ ਕਿੰਨੀ ਨਿਕਲੀ ਹੈ। ਤੇ ਉਹ ਦਰਬਾਰ ਸਾਹਿਬ ਜਿਹੜਾ ਵਾ ਉਹ ਉੱਚਾ ਆ, ਫਿਰ ਨੀਵਾਂ ਹੋਣਾ ਪੈਂਦਾ ਵਾ। ਹਾਂਜੀ, ਮੇਰੀ ਗੱਲ ਸਮਝ ਲੱਗੀ ਤੁਹਾਨੂੰ? ਜਿਹੜੀ ਇਹ ਜਗ੍ਹਾ ਨਾ ਜੀ, ਇਹ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਲੈਵਲ ਦੀ। ਹਾਂ, ਉੱਥੇ ਆ ਗਈ ਨਾ ਜੀ। ਤੇ ਇਹਦੇ ਵਿੱਚ ਇਹ ਕਿਹਾ ਜਾਂਦਾ ਵੀ ਬਕਾਇਦਾ ਤੌਰ ਤੇ ਇਸ ਜਗ੍ਹਾ ਤੇ ਇੱਕ ਸੁਰੰਗ ਹੁੰਦੀ ਸੀ ਅੰਦਰ ਜਾਣ ਵਾਸਤੇ, ਤੇ ਸੰਤ ਸਿੰਘ ਗੋਰੀ ਉਧਰ ਵੀ ਜਾਂਦੇ ਹੁੰਦੇ ਸੀ। ਇਹ ਵੀ ਕਿਹਾ ਜਾਂਦਾ ਇਸ ਬਾਰੇ ਕੋਈ ਕੱਢ ਸਕਦੇ ਸੁਰੰਗ ਕੀ ਅਜੇ ਵੀ ਕੱਢੀ ਜਾ ਸਕਦੀ, ਨਿਕਲ ਜੂਗੀ ਗਾਂ ਦੀ ਗਾਂ। ਬਿਲਕੁਲ ਉਹ ਤੇ ਧਾਤੀ ਕਿ ਪੱਕੇ ਚੱਕਦੇ ਇਹਨਾਂ ਨੇ, ਉਹਦਾ ਤੇ ਪੱਠਾ ਬਾਤਾ ਸਾਰਾ। ਉਹ ਤੇ ਵੇਖਿਆ ਹੀ ਕੁਛ ਨਹੀਂ, ਉਹ ਤੇ ਉੱਤੇ ਫਿਰਿਆ ਬਲਡੋਜ਼ਰ ਦੀ ਜਿਹੜੀ ਜੇਲ੍ਹ ਦੀ ਫੇੜੀ, ਉਹ ਨਾਲ ਘਟਾਤਾ, ਉਹ ਨਹੀਂ ਰਹਿ ਗਿਆ। ਇਹ ਤਾਂ ਕੁਦਰਤੀ ਬਚ ਗਈ, ਕੁਝ ਵੇਖੀ ਗਈ ਤੇ ਕੁਝ ਸੰਭਾਲੀ ਗਈ। ਅਦਰਵਾਈਜ਼ ਤੇ ਇਹ ਵੀ ਢਹਿ ਜਾਣੀ ਸੀ ਨਾਵੇ ਦੇ ਸਮੇਂ ਸਿਰ। ਇਹਨਾਂ ਨਾਨਕਸ਼ਾਹੀ ਇੱਟ ਵੇਚਣੀ ਸੀ ਉਹਨਾਂ ਲਾਲਿਆਂ ਨੂੰ, ਜਿਨ੍ਹਾਂ ਨੇ ਹਵੇਲੀਆਂ ਬਣਾਉਣੀਆਂ। ਜੀ ਹੁਣ ਇਹਦੇ ਵਿੱਚ ਕੀ ਹੈ ਜੀ, ਜਿਹੜੀ ਬੇਸਿਕਲੀ ਸੂਰ ਵਾਲੀ ਜਗ੍ਹਾ ਢਾਬ ਹੁੰਦੀ ਸੀ। ਅੱਛਾ ਜੀ, ਢਾਬ ਹੁੰਦਾ ਹੀ ਨਹੀਂ ਨਿਵੇਂ ਥਾਂ ਤੇ, ਢਾਬ ਹੁੰਦੀ ਨਹੀਂ। ਤੇ ਢਾਬ ਦਾ ਮਤਲਬ ਇਹ ਆ ਵੀ ਜਿੱਥੇ ਪਾਣੀ ਜਦੋਂ ਮੀਂਹ ਪੈਂਦਾ ਤੇ ਸਾਰਾ ਪਾਣੀ ਉੱਥੇ ਇਕੱਠਾ ਹੋ ਜਾਂਦਾ ਵਾ। ਇਹ ਢਾਬ ਨੂੰ ਸਾਫ਼ ਕਰਕੇ ਸਰੋਵਰ ਬਣਾਇਆ ਗਿਆ। ਜਿੱਥੇ ਅਕਾਲ ਤਖਤ ਦਾ ਥੜਾ ਬਣਿਆ ਵਾ, ਇਸ ਜਗ੍ਹਾ ਤੇ ਜਿਹੜੀ ਸਰੋਵਰ ਦੀ ਕਾਰ ਨਿਕਲੀ ਸੀ ਉਹ ਸੁੱਟੀ ਗਈ ਸੀ, ਉਹ ਉੱਚੀ ਜਗ੍ਹਾ ਤਦ ਬਣੀ। ਅੱਛਾ, ਇਸੇ ਕਰਕੇ ਚਲੋ ਇਹ ਤੇ ਇਤਿਹਾਸ ਦੀਆਂ ਗੱਲਾਂ ਬੜੀਆਂ ਲੰਮੀ ਕੜੀ ਲੈ ਤੁਰੀਏ ਤੇ ਫਿਰ ਮੁੱਕਦੀ ਨਹੀਂ ਜੀ। ਲੇਕਿਨ ਅੱਜ ਦੀ ਡੇਟ ਦੇ ਵਿੱਚ ਇਹ ਜਿਹੜੀ ਸਾਡੀ ਇਤਿਹਾਸਕ ਇਮਾਰਤ ਨਿਕਲੀ ਹੈ, ਜੇਕਰ ਤੁਸੀਂ ਹੋਰ ਲਾਗੋ ਹੋਰ ਨਿਕਲੂਗੀ। ਲੇਕਿਨ ਮੇਰਾ ਖਿਆਲ ਜੇ ਪੁੱਟੋਗੇ ਤੇ ਹੁਣ ਨੂੰ ਸੰਭਾਲ ਕੇ ਕਰੋਗੇ ਤੁਸੀਂ। ਬਿਲਕੁਲ, ਹੁਣ ਇਹ ਜੇ ਨਿਕਲੀ ਇਹਨੂੰ ਸੰਭਾਲਿਆ ਜਾਣਾ ਚਾਹੀਦਾ। ਇਹ ਸੰਭਾਲ ਕੇ ਤੇ ਇਹਦੀ ਬਕਾਇਦਾ ਤੌਰ ਤੇ ਉਦੋਂ ਭਾਈ ਜਸਵੀਰ ਸਿੰਘ ਰੋਡੇ ਨੇ ਕਿਹਾ ਸੀ, ਭਾਈ ਤੁਸੀਂ ਹਾਲ ਦੀ ਕੜੀ ਕੰਮ ਬੰਦ ਕਰ ਦਿਓ, ਪੁਰਾਤਨ ਵਿਭਾਗ ਦੀ ਰਿਪੋਰਟ ਲੈਣ ਦਿਓ ਕਿ ਮੁੜ ਕੇ ਨੂੰ ਇੱਥੇ ਪੌੜੀਆਂ ਬਣਾਉਣੀਆਂ ਵਾ, ਰਸਤਾ ਵੀ ਹੋਣਾ, ਥੋੜੀ ਜਗ੍ਹਾ ਨੇ ਖੁੱਲੀ ਵੀ ਛੱਡਣੀ ਆਪਾਂ ਇਹਦੇ ਵਾਸਤੇ ਵੀ ਸੰਗਤ ਆਉਂਦੀ ਉੱਥੇ ਵੇਖਣ ਵਾਸਤੇ ਇਹ ਜਗ੍ਹਾ ਕਿੱਦਾਂ ਦੀ ਹੈ, ਕਿੱਥੇ ਕੀ ਨਹੀਂ, ਉਹਦੇ ਵਾਸਤੇ ਜਗ੍ਹਾ ਛੱਡੋ ਤੁਸੀਂ। ਕਿਆ ਬਾਤ। ਔਰ ਉਹਨੇ ਸੁਣੀ ਕਿਸੇ ਨੇ।
ਹੁਣ ਦੇਖੋ ਗੱਲ ਇਹ ਕੋਈ ਚੀਜ਼ ਨਹੀਂ ਉਹ ਤੇ ਗੱਲ ਪੱਟੀ ਸਾਹਿਬ ਇਹ ਹੈ ਕਿ ਇਹਨਾਂ ਨੂੰ ਜਿਨ੍ਹਾਂ ਨੇ ਰੋਕਣਾ ਸੀ ਉਹਦੇ ਖੁਦ ਭੇਸ ਬਦਲ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਜਿਨ੍ਹਾਂ ਨੇ ਕਿਤੇ ਘਰ ਜਾ ਕੇ ਮੇਰੇ ਖਿਆਲ ਦੇ ਵਿੱਚ ਡੱਕਾ ਨਹੀਂ ਦੂਰਾ ਕੀਤਾ ਹੋਣਾ, ਕਿਉਂਕਿ ਇੱਥੇ ਧੌੜੀ ਦਾ ਪ੍ਰਸ਼ਾਦ ਮਿਲਦਾ, ਉਹਨਾਂ ਖੰਡ ਪੈਂਦੀ ਆ, ਉਹਨਾਂ ਉਹਦੇ ਵਿੱਚ ਘਿਓ ਪੈਂਦਾ ਦੇਸੀ ਪਿਓਰ, ਉਹਨਾਂ ਉਹਦੇ ਵਿੱਚ ਪੈਂਦੀ ਆ ਮਹਾਰਾਜ ਆਟਾ, ਤੇ ਛਕ ਛਕਾ ਕੇ ਤੇ ਉਹਨਾਂ ਨੇ ਘਰ ਜਾ ਕੇ ਕਦੇ ਡੱਕਾ ਦੂਰਾ ਨਹੀਂ ਕੀਤਾ। ਉਤੋਂ ਦੀ ਮਤਲਬ ਜੇ ਗੁਰੂ ਘਰ ਦੀ ਕਿਤੇ ਮਾੜਾ ਮੋਟਾ ਕੋਈ ਦਾ ਲੱਗਾ ਤੇ ਗੱਲ ਵੱਖਰੀ ਆ ਜੀ। ਉਹ ਤੁਸੀਂ ਦੱਸਿਆ ਦਿੱਲੀ ਤੋਂ ਵੀ ਸੇਵਾਦਾਰ ਆਉਂਦੇ ਸੀਗੇ, ਇਹਨਾਂ ਨੂੰ ਸੇਵਾ ਦੇ ਜਾਂਦੇ ਸੀ, ਮਤਲਬ ਜੀ ਸਾਰਾ ਕੁਝ ਮੈਂ ਕੁੱਲ ਮਿਲਾ ਕੇ ਉਹ ਐਨਾਲਿਸਿਸ ਕਰਦਾ ਕਿ ਇਹਨਾਂ ਡੱਕਾ ਦੂਰਾ ਨਹੀਂ ਕੀਤਾ, ਇਹਨਾਂ ਵਿਹਲੀਆਂ ਖਾਧੀਆਂ ਤੇ ਇਹਨਾਂ ਨੂੰ ਟੋਕਰੇ ਚੁੱਕਰੇ ਪਿਆ। ਇਹ ਭੂਰੀ ਵਾਲੇ ਕਾਰ ਸੇਵਾ ਵਾਲਿਆਂ ਦੇ ਵਰਕਰ ਬਣ ਕੇ ਸੇਵਾਦਾਰ ਬਣ ਕੇ ਟੋਕਰੇ ਚੁੱਕਦੇ ਦਿਖਾਏ ਟੈਲੀਵਿਜ਼ਨ ਨੇ, ਦਿਖਾਏ ਕਿ ਨਹੀਂ ਦਿਖਾਏ? ਜਿਨ੍ਹਾਂ ਨੇ ਰੋਕਣਾ ਸੀ ਉਹ ਕੰਮ ਚਾਲੂ ਰੱਖਣ ਵਾਸਤੇ ਭੂਮਿਕਾ ਨਿਭਾ ਰਹੇ। ਪਰ ਅੱਜ ਜਿਹੜਾ ਗੁੰਡਾ ਪ੍ਰਦਰਸ਼ਨ ਦਾ ਮੈਨੇਜਰ ਆ ਉਹ ਤੇ ਕੀ ਕੁਝ ਕਹਿੰਦਾ ਸੀ, ਕਹਿੰਦਾ ਮੂੰਹ ਚੁੱਕ ਕੇ ਆਏ ਨੇ ਪਾਸੇ ਕੋਲ ਰੋਕਣ ਵਾਲੇ ਸਨ, ਅਸੀਂ ਧਾਵਾਂ ਵਿੱਚ ਪੁੱਟਾਂਗੇ ਅਸੀਂ। ਉਹਦੇ ਕੋਈ ਅਸਤੀਫੇ ਦੀ ਮੰਗ ਨਹੀਂ ਹੋਣੀ ਚਾਹੀਦੀ? ਕੌਣ ਮੰਗੇ, ਕੌਣ ਲਵੇ? ਇਹਨਾਂ ਨੂੰ ਤਾਂ ਧੂ ਕੇ ਬਾਹਰ ਕੱਢ ਦਿਓ ਦੰਨੇ ਨਿਕਲਣੇ ਜੋ ਮਰਜ਼ੀ ਕਰ ਲਓ। ਚਲੋ ਕੋਈ ਨਹੀਂ, ਬਾਬਾ ਕਿਰਪਾ ਕਰੂ। ਲਾਈਵ ਹੋ ਕੇ ਖੁਦਕੁਸ਼ੀ ਕਰਨ ਵਾਲੇ ਕਾਂਗਰਸੀ ਤੋਂ ਪਹਿਲਾਂ ਮੈਂ ਮਮਤਾ ਨੇ ਗਡਕਰੀ ਨਾਲ ਮੁਲਾਕਾਤ ਕਰਕੇ ਬੰਗਾਲ ਵਿੱਚ ਸਨਅਤ ਲਾਉਣ ਦੀ ਮੰਗ ਕੀਤੀ। ਵੇਖਿਆ ਮੈਂ ਅੱਗੇ ਗੱਲ ਕਹੀ ਸੀ ਵੀ ਬੀਬੀ ਜਦੋਂ ਵੀ ਜਾਂਦੀ ਸੀ ਨਾ, ਮੈਂ ਉਹਦਾ ਇਤਿਹਾਸ ਪੜ੍ਹਦਾ ਰਿਹਾ ਪਹਿਲਾਂ ਵੀ, ਕੁਛ ਨਾ ਕੁਛ ਲੈ ਕੇ ਜਾਂਦੀ ਆ, ਔਰ ਇਹਨਾਂ ਨੇ ਦੇ ਫੇਰ ਦੇਣਾ ਵੇਖ ਲਿਓ। ਹੁਣ ਭਾਵੇਂ ਕਾਂਟੇ ਦੀ ਟੱਕਰ ਹੋਈ ਆ ਨਾ, ਉਹਨੇ ਆਪਣੀ ਮੰਗ ਰੱਖ ਦਿੱਤੀ ਆ ਵੀ ਸਨਅਤ ਲਾਓ, ਉਹ ਨਹੀਂ ਲਾਓਗੀ ਉਹਦੇ ਕੋਲ ਇੱਕ ਪੋਜ਼ਿਟਿਵ ਪੁਆਇੰਟ ਆ ਜਾਣਾ ਵੀ ਮੈਂ ਗਈ ਸੀ, ਮੈਂ ਮੰਗਿਆ ਸੀ, ਇਹਨਾਂ ਨਹੀਂ ਦਿੱਤਾ, ਇਹ ਬੰਗਾਲ ਦੇ ਨਾਲ ਨਫ਼ਰਤ ਕਰਦੇ ਆ, ਹੁਣ ਖੇਲਾ ਹੋਵੋ, ਇਹਨੂੰ ਕਹਿੰਦੇ ਖੇਲਾ ਹੋਵੋ। ਕੀ ਕਹਿਣਾ ਚਾਹੋਗੇ? ਇਹ ਬੀਬੀ ਉਹੀ ਹੈ ਜੀ, ਜਦੋਂ ਕਾਮਰੇਡਾਂ ਦੇ ਰਾਜ ਵੇਲੇ ਉੱਥੇ ਇੱਕ ਨੈਨੋ ਕਾਰ ਦੀ ਫੈਕਟਰੀ ਲੱਗਣ ਲੱਗੀ ਜੀ ਜੀ, ਸੰਗਰੂਰ ਦੇ ਵਿੱਚ ਇਹਨੇ ਵਿਰੋਧ ਕੀਤਾ ਸੀ, ਬੜਾ ਡਾਂਸ ਸੁੱਟਾ ਖੜਿਆ ਸੀ, ਦਾ ਸਿਰ ਵੀ ਪੱਟਾ ਸੀ। ਰੋਕਿਆ ਸੀ ਨੇ ਵੀ ਨਹੀਂ ਅਸੀਂ ਇੱਥੇ ਫੈਕਟਰੀ ਨਹੀਂ ਲੱਗਣ ਦੇ। ਅੱਜ ਉਹ ਬੀਬੀ ਜਾ ਕੇ ਕੇਂਦਰ ਕੋਲੇ ਕਹਿ ਰਹੀ ਹੈ ਵੀ ਨਹੀਂ ਉੱਥੇ ਇੰਡਸਟਰੀ ਲਾਓ ਦੇ। ਉਦੋਂ ਬੀਬੀ ਨਾ ਰੋਕਦੀ, ਇੰਡਸਟਰੀ ਲੱਗਦੀ, 4 ਇੰਡਸਟਰੀਆਂ ਹੋਰ ਲੱਗਦੀਆਂ ਤੇ ਬੰਗਾਲ ਦੀ ਕੋਈ ਤਰੱਕੀ ਕਿਸੇ ਕਿਸਮ ਦੀ ਹੋਰ ਹੋਣੀ। ਲੇਕਿਨ ਖੈਰ ਚਲੋ, ਬੀਬੀ ਦੀ ਉਦੋਂ ਸੋਚ ਸੀ ਕਿ ਮੈਂ ਆਪਣੀ ਸਿਆਸਤ ਵਿੱਚ ਮੁਕਾਉਣੀ ਕਿਸੇ ਤਰੀਕੇ ਨਾਲ। ਲੇਕਿਨ ਜਿਸ ਤਰੀਕੇ ਨਾਲ ਬੀਬੀ ਮਿਲੀ ਆ ਮੋਦੀ ਸਾਹਿਬ ਵਾਸਤੇ ਤੇ ਅੰਬ ਲੈ ਕੇ ਗਈ, ਉੱਥੋਂ ਉਹਨਾਂ ਅੰਬ ਖਾਧੇ, ਬੀਬੀ ਦੇ ਬੜੇ ਖੁਸ਼ ਹੋਏ, ਬਹੁਤ ਚੰਗਾ ਕੀਤਾ, ਅੰਬ ਲੈ ਕੇ ਆਏ। ਔਰ ਤੁਹਾਨੂੰ ਪਤਾ ਹੋਵੇ ਬੰਗਾਲ ਦੇ ਕਈ ਖੱਦਰ ਦੇ ਵਧੀਆ ਕੱਪੜੇ ਜਿਹਨਾਂ ਨੂੰ ਮਾਇਲ ਹੋਣੀ ਪੈਂਦੀ, ਸਪੈਸ਼ਲ ਬੜੇ ਆਕੜ ਵਿੱਚ ਰਹਿੰਦੇ ਉਹ ਵੀ ਬੀਬੀ ਸਮੇਂ ਤੇ ਮੋਦੀ ਸਾਹਿਬ ਨੂੰ ਭੇਜਦੀ ਰਹੀ ਹੈ। ਸਿਆਸੀ ਲੜਾਈ ਇੱਕ ਵੱਖਰੀ ਗੱਲ ਆ, ਉਦੋਂ ਤਾਂ ਕਹਿੰਦੇ ਅਸੀਂ ਭੈਣ ਭਰਾ, ਗੱਲ ਹੀ ਕੋਈ ਨਹੀਂ ਹੈਗੀ, ਵੱਡਾ ਵੱਡੀ ਭੈਣ ਛੋਟਾ ਭਰਾ, ਕੋਈ ਗੱਲ ਹੀ ਨਹੀਂ ਹੈਗੀ, ਜੋ ਉਹਨੇ ਸ਼ੋਅ ਕੀਤਾ ਇਸ ਆਪਣੇ ਫੋਟੋ ਦੇ ਵਿੱਚ। ਬੀਬੀ ਨੇ ਇੰਨੀ ਗੱਲ ਕਹੀ ਜੀ ਉੱਥੇ ਇੰਡਸਟਰੀ ਲਾਓ। ਗਡਕਰੀ ਸਾਹਿਬ ਨੂੰ ਮਿਲੀ ਆ ਕਿ ਬੰਗਾਲ ਇਸ ਗੱਲ ਤੋਂ ਪਛੜ ਗਿਆ, ਉੱਥੇ ਤੁਸੀਂ ਇੱਥੇ ਇੰਡਸਟਰੀ ਲਾਓ ਆ ਕੇ, ਕਿਉਂਕਿ ਇਲੈਕਟ੍ਰਿਕ ਕਾਰ ਦੀ ਕੋਈ ਇੰਡਸਟਰੀ ਲਾਓ, ਉੱਥੇ ਨੈਨੋ ਕਾਰ ਦੀ ਕੋਈ ਇੰਡਸਟਰੀ ਲਾਓ ਤਾਂ ਕਿ ਉੱਥੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਤੇ ਬੀਬੀ ਜੀ ਚੰਗੀ ਗੱਲ ਆ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਗਏ, ਕਿਸੇ ਨੂੰ ਭੁੱਲਿਆ ਨਹੀਂ ਕਹੀਦਾ। ਜੇ ਤੁਸੀਂ ਹੁਣ ਵੀ ਮੰਗ ਲਈ ਕਿਸੇ ਨੂੰ ਇੰਡਸਟਰੀ ਚਾਹੀਦੀ ਹੈ ਤੇ ਬੜੀ ਚੰਗੀ ਗੱਲ ਆ। ਭੱਟੀ ਸਾਹਿਬ ਜਿਹੜੀ ਉਹ ਕਾਰ ਦੀ ਗੱਲ ਸੀ, ਉਹਦੇ ਵਿੱਚ ਬੜੀਆਂ ਘੁੰਡੀਆਂ ਹੋਰ ਵੀ ਸੀਗੀਆਂ, ਆਪਾਂ ਸ਼ਾਇਦ ਉਸ ਨੂੰ ਸਾਈਡ ਤੇ ਰੱਖ ਰਹੇ ਹਾਂ। ਮੈਨੂੰ ਯਾਦ ਆ ਉਹਦੇ ਵਿੱਚ ਬਹੁਤ ਕੁਝ ਸੀਗਾ, ਬਹੁਤ ਕਾਲਾ ਮਾਲਾ ਸੀਗਾ, ਕਿਉਂਕਿ ਇਹਨੇ ਬੜੇ ਚਿੱਠੇ ਉਹਨਾਂ ਦੇ ਖੋਲ ਕੇ ਰੱਖੇ ਸੀ ਵੀ ਮਤਲਬ ਇਹ ਨਹੀਂ ਵੀ ਅਸੀਂ ਨਹੀਂ ਦਿੰਦੇ, ਪੰਜਾਬ ਨੂੰ ਅਸੀਂ ਕਿਹਾ ਸੀਗਾ ਵੀ ਤੁਸੀਂ ਲੈ ਲਓ, ਇਹਨਾਂ ਨੇ ਵੀ ਨਹੀਂ ਲਈ। ਦੇਖੋ ਪੰਜਾਬ ਦੇ ਵਿੱਚ ਸਾਡੇ ਕੋਲ ਇਹੋ ਜਿਹਾ ਅਜੇ ਤੱਕ ਆਗੂ ਨਹੀਂ ਜੰਮਿਆ ਸਰਦਾਰ ਪ੍ਰਤਾਪ ਸਿੰਘ ਕਹਿਰੇ ਤੋਂ ਬਾਅਦ ਜਿਹੜਾ ਕੁਝ ਨਾ ਕੁਝ ਮੰਗ ਸਕੇ। ਮੈਂ ਮੰਗਿਆ ਹੀ ਕਦੀ ਨਹੀਂ ਇਹਨਾਂ ਨੇ। ਪਿਛਲੇ 40 ਸਾਲ ਦੇ ਇਤਿਹਾਸ ਦੇ ਵਿੱਚ ਜਿੰਨੀਆਂ ਵੀ ਸਰਕਾਰ ਹੁਣ ਤੱਕ ਰੱਖੋ ਜ਼ਰੀਆ, ਮੈਨੂੰ ਇਹ ਦੱਸ ਦੇ ਕਿਹੜੀ ਸਰਕਾਰ ਨੇ ਮੰਗ ਕੀਤੀ ਪੰਜਾਬ ਚ? ਜਿਹੜੀ ਹੈਗੀ ਸੀ ਉਹਦਾ ਚੱਕ, ਕਿਹੜੇ ਮੁੱਖ ਮੰਤਰੀ ਨੇ ਕਿਹਾ? ਜਿਹੜੀ ਹੈਗੀ ਸੀ ਵੇਚ ਦਿੱਤੀ, ਜਿਹੜੀ ਹੈਗੀ ਉਹ ਵੀ ਵੇਚ ਦਿੱਤੀ। ਹਾਂ ਜਿਹੜੀ ਹੈਗੀ ਸੀ ਵੇਚ ਦਿੱਤੀ। ਪੰਜਾਬ ਪੂਰੇ ਭਾਰਤ ਦਾ ਹੌਜ਼ਰੀ ਦਾ ਸਭ ਤੋਂ ਵੱਡਾ, ਅੰਮ੍ਰਿਤਸਰ ਦੀ ਮੈਂ ਗੱਲ ਕਰਦਾ, ਤੁਸੀਂ ਤੇ ਤੁਹਾਡੇ ਦੇ ਸਾਹਮਣੇ ਕਿਹੜੀਆਂ ਉਹ ਮਿਲਾਂ ਸੀਗੀਆਂ ਜਿਹੜੀਆਂ ਡਾ ਕੇ ਰੱਖ ਦਿੱਤੀਆਂ ਇਹਨਾਂ ਨੇ।
ਹੌਜ਼ਰੀ ਸੀ ਇੱਥੇ ਪੱਖਿਆਂ ਦੇ 1200 ਯੂਨਿਟ ਸੀ ਜਾਂ ਪੱਖਿਆਂ ਦਾ 12 1200 ਜਿੱਥੇ ਇੱਥੇ ਜਿਹੜਾ ਹੁੰਦਾ ਸੀ ਆਪਣੀ ਰੇਸ਼ਮ ਦੇ ਉਹ ਯੂਨਿਟ ਸੀਗੇ। ਹਾਂ ਕੰਬਲ 2400 ਯੂਨਿਟ ਜਿੱਥੇ ਹੁਣ ਤੇ ਕਿੰਨੇ ਬੰਦਿਆਂ ਨੂੰ ਰੁਜ਼ਗਾਰ ਮਿਲਦਾ। ਕੰਬਲ ਫੈਕਟਰੀਆਂ ਕੰਬਲਾਂ ਦੇ ਯੂਨਿਟ ਸੀ ਇੱਥੇ ਜਿਹੜੇ ਅੱਜ ਵੀ ਕੁਝ ਚੱਲਦੇ ਥੋੜੇ ਬੜੇ ਇੱਥੇ ਅੱਗੇ ਮਾੜੇ ਮੋਟੇ। ਇੱਕ ਇੰਡਸਟਰੀ ਦੀ ਹੱਬ ਬਣਿਆ ਪਿਆ ਸੀ ਅੰਮ੍ਰਿਤਸਰ। ਮੁੜ ਕੇ ਜਦੋਂ ਇਹਨੂੰ ਅੰਮ੍ਰਿਤਸਰ ਨੂੰ ਛੱਡ ਕੇ ਤੂੰ ਲੁਧਿਆਣੇ ਕਰਤਾ, ਲੁਧਿਆਣਾ ਹੱਬ ਬਣ ਗਿਆ। ਲੁਧਿਆਣਾ ਨੂੰ ਮਾਨਚੈਸਟਰ ਕਿਹਾ ਜਾਂਦਾ ਸੀ ਜਿਹੜਾ ਇਹਨੂੰ ਇੰਡੀਆ ਦਾ। ਲੇਕਿਨ ਅੱਜ ਉੱਥੇ ਵੀ ਇੰਡਸਟਰੀ ਜਿਹੜੀ ਉਹ ਉਸ ਤਰੀਕੇ ਨਾਲ ਗਰੋ ਨਹੀਂ ਕਰੀ ਜਿਸ ਤਰੀਕੇ ਨਾਲ ਗਰੋ ਕਰਨੀ ਚਾਹੀਦੀ ਸੀ। ਆ ਤੁਹਾਡੇ ਸਾਈਕਲਾਂ ਵਾਲੀ ਇੰਡਸਟਰੀ ਦਾ ਕਿੰਨਾ ਰੌਲਾ ਪਿਆ ਸੀ ਬਾਬੇ ਬਾਦਲ ਦੇ ਵੇਲੇ। ਕੋਈ ਗੱਲਾਂ ਹੁੰਦੀਆਂ ਜੀ ਉਹ ਕਹਿਣੀਆਂ ਨਹੀਂ ਚਾਹੀਦੀਆਂ ਪਰ ਕਹਿ ਦਿੰਦੇ ਆਪਾਂ। ਅੰਮ੍ਰਿਤਸਰ ਦੇ ਖੰਨਾ ਪੇਪਰ ਮਿਲ ਆ ਜਾਓ ਉਹਦੇ ਵਿੱਚ ਘੱਟੋ ਘੱਟ 10,000 ਬੰਦਿਆਂ ਨੂੰ ਰੁਜ਼ਗਾਰ ਮਿਲਿਆ ਜੀ। ਖੰਨਾ ਪੇਪਰ ਮਿਲ ਦੇ ਉੱਤੇ ਪਿੱਛੇ ਇਹ ਕਹਿੰਦੇ ਹੁੰਦੇ ਸੀ ਕਦੀ ਸਾਲਾ ਆ ਜਾਂਦਾ ਤੇ ਕਦੀ ਭਣਵਿਆ ਜਾਂਦਾ ਸੀ, ਨਾਲ ਹੀ ਲੱਗੇ ਹੁੰਦਾ। ਕਦੀ ਸਾਲਾ ਆ ਜਾਂਦਾ ਤੇ ਕਦੀ ਭਣਵਿਆ ਜਾਂਦਾ ਤੇ 50 ਲੱਖ ਰੁਪਏ ਮਹੀਨਾ ਲੈ ਕੇ ਜਾਂਦੇ ਸਾਡੇ ਕੋਲ। ਜੇ 50 ਲੱਖ ਰੁਪਏ ਕਮਾ ਕੇ ਅਸੀਂ ਇਹਨਾਂ ਨੂੰ ਦੇਣਾ ਤੇ ਅਸੀਂ ਕਰਨਾ ਤੱਕ ਕੀ ਕਰਨਾ ਹੈ ਦੱਸੋ। ਕਿੱਡਾ ਵੱਡਾ ਐਲੀਗੇਸ਼ਨ। ਬਿਲਕੁਲ ਉਹਨਾਂ ਨੇ ਇੱਕ SMS ਕੀਤਾ ਮੋਦੀ ਨੂੰ, ਉਹਨੂੰ ਕਿਹਾ ਜੀ ਅਸੀਂ ਇੰਡਸਟਰੀ ਲਾਉਣਾ ਚਾਹੀਦਾ ਤੇ ਉਹਨੇ ਜਵਾਬ ਦਿੱਤਾ ਵੀ ਜ਼ਮੀਨ ਚ ਨਹੀਂ ਚਾਹੀਦੀ ਉਸ ਤੇ। ਇਹ ਸ਼ਿਫਟ ਕਰਨ ਲੱਗੇ ਸੀ ਉੱਥੇ, ਅਜੇ ਵੀ ਸ਼ਿਫਟ ਕਰ ਗਏ ਆਪਣੀ। ਬਹੁਤ ਸਾਰਾ ਐਸਾ ਕੁਛ ਗੁਰੂਗ੍ਰਾਮ ਕਰ ਗਿਆ, ਕੁਛ ਉਧਰ ਕਰ ਰਹੇ ਸ਼ਿਫਟ ਵੀ ਭਾਈ ਲੈਣਾ ਇੱਥੋਂ ਅਸੀਂ ਕੀ ਜੇ ਕਮਾਈ ਕਰਕੇ ਤੁਹਾਨੂੰ ਦੇਣੀ ਹੈ ਤੇ ਸਾਨੂੰ ਫਾਇਦਾ ਕਿਸੇ ਕੰਮ ਕਰਨ ਦਾ। ਬਿਲਕੁਲ ਉਹਨਾਂ ਦੇ ਕੁੜਮ ਨੇ ਇੱਥੇ ਟੈਕਸ ਇੰਡਸਟਰੀ ਵਾਲੇ ਬਾਊ ਵਿਜੇ ਹੋਰੀ, ਉਹ ਮੇਰੇ ਮਿੱਤਰ ਨੇ। ਉਹ ਕਈ ਵਾਰੀ ਹੋਈਏ ਤੇ ਬੜੀਆਂ ਗੱਲਾਂ ਕਰਦੇ ਹੁੰਦੇ ਹੋ, ਬੜੇ ਰੋਲਦੇ ਹੁੰਦੇ। ਦੱਸੋ ਕੀ ਕਰੀਏ, ਕਿਹੜੇ ਪਾਸੇ ਚੱਲਦੀ ਜੇ ਲੁੱਟਣਾ ਹੀ ਆ ਤੁਸੀਂ ਨੇ ਜ਼ਰੂਰ ਇੱਥੇ ਕੰਮ ਕਰਨਾ, ਬਾਅਦ ਚ ਕਰ ਲਾਂਗੇ। ਬਾਹਰ ਜਾ ਕਰ ਲੋਗੇ, ਹਿਮਾਚਲ ਥੋੜਾ ਵਾ ਜੋ ਮਰਜ਼ੀ ਲੈ ਲਓ, ਬਿਜਲੀ ਵੀ ਨਾਲੇ ਵਾਧੂ। ਬਿਲਕੁਲ ਤੇ ਉਹ ਸਬਸਿਡੀਆਂ ਵੱਖਰੀਆਂ ਤੇ ਸਾਨੂੰ ਉਹਨੇ 700 ਏਕੜ ਆਫਰ ਕਰਦੀ। 700 ਏਕੜ ਮੋਦੀ ਨੇ ਕਿਹਾ ਵੀ 700 ਏਕੜ ਜ਼ਮੀਨ ਲੈ ਲਓ, ਸਸਤੀ ਲੈ ਲਓ ਸਰਕਾਰੀ ਰੇਟ ਦੇ ਉੱਤੇ, ਕਿਸ਼ਤਾਂ ਨਹੀਂ ਪੈਸੇ ਦੇ ਦਿਓ, ਇੱਥੇ ਆ ਕੇ ਇੰਡਸਟਰੀ ਲਾ ਦਿਓ। ਔਰ ਏਸ਼ੀਆ ਦੇ ਵਿੱਚ ਪੂਰੇ ਏਸ਼ੀਆ 'ਚ ਉਹਨਾਂ ਦਾ ਪੇਪਰ ਜਾਂਦਾ, ਪਾਕਿਸਤਾਨ ਨੂੰ ਵੀ ਜਾਂਦਾ, ਸ਼੍ਰੀਲੰਕਾ ਨੂੰ ਵੀ ਜਾਂਦਾ, ਕਈ ਕੰਟਰੀ ਹੋਰ ਪੂਰੇ ਏਸ਼ੀਆ ਦੇ ਵਿੱਚ ਪੇਪਰ ਜ਼ਿਆਦਾ ਜਾਂਦਾ। ਇੰਨਾ ਵੱਡਾ ਕਾਰੋਬਾਰ। ਤੇ ਮੈਂ ਸੋਚਦਾ ਜੇ ਕਿਤੇ ਸਾਰੀ ਉਹਨਾਂ ਦੀ ਗੱਲ ਕਰ ਲਈਏ ਵੀ ਸਿੱਧੇ ਜਾਂ ਸਿੱਧੇ ਤੌਰ ਤੇ ਲੱਖ ਬੰਦਾ ਘੱਟੋ ਘੱਟ ਉਹਨਾਂ ਲੱਗਾ ਹੋਣਾ। ਕੋਈ ਟਰਾਂਸਪੋਰਟਰ ਆ, ਕੋਈ ਵਰਕਰ ਆ, ਦੂਜਾ ਵਾ, ਕੋਈ ਸੜਕ ਬਣਾਉਣ ਲੱਗਾ, ਕੋਈ ਦਿਹਾੜੀਦਾਰ ਹੈ, ਕੋਈ ਠੇਕੇ ਦੇ, ਕੋਈ ਪੱਕੇ ਮੁਲਾਜ਼ਮ, ਕੋਈ ਕੱਚੇ ਮੁਲਾਜ਼ਮ। ਇੰਨੀ ਲੰਮੀ ਕਈ ਏਕੜਾਂ 'ਚ ਜ਼ਮੀਨ ਫੈਕਟਰੀ ਆ। ਤੇ ਜੇ ਆਪਾਂ ਬਰਬਾਦ ਕਰਨ ਦੇ ਤੁਰੇ ਆ ਤੇ ਪੁੱਠੇ ਪਾਸੇ ਤੁਰੇ, ਸਗੋਂ ਤੁਸੀਂ ਬੂਸਟ ਕਰੋ ਭਾਈ, ਤੁਹਾਨੂੰ ਹੋਰ ਚੀਜ਼ਾਂ ਦੱਸੋ ਤੁਸੀਂ। ਬਿਲਕੁਲ ਇੱਕ ਇੰਡਸਟਰੀ ਹਜੇ ਹੋਰ ਲਾਓ, ਲੋਕਾਂ ਨੂੰ ਰੁਜ਼ਗਾਰ ਮਿਲੇ। ਅਸੀਂ ਵੀ ਦੱਸਣ ਵੀ ਇਹ ਰੁਜ਼ਗਾਰ ਦਿੱਤਾ ਜੀ। ਬਿਲਕੁਲ ਕੀ ਬਾਤ। ਹੁਣ ਕੈਪਟਨ ਸਾਹਿਬ ਨੇ ਕੀ ਕੀਤਾ? ਕੈਪਟਨ ਸਾਹਿਬ ਨੇ ਕੀਤਾ ਵੀ ਜਿਹੜੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਵਾ ਉਹ ਰੁਜ਼ਗਾਰ ਸਾਰਾ ਗਿਣ ਲਿਆ। ਜੇ ਕਿਸੇ ਪਿੰਡ 'ਚੋਂ ਮੁੰਡਾ ਕਿਸੇ ਦੁਕਾਨ ਲੱਗ ਗਿਆ ਤਾਂ ਕਰਿਆਨੇ ਦੀ ਦੁਕਾਨ ਤੇ ਨੌਕਰੀ ਲੱਗੀ, ਉਹ ਵੀ ਗਿਣ ਲਈ ਵੀ ਦਿੱਤੀ ਹੈ ਜੀ। ਉੱਥੇ ਤੱਕ ਗਿਣ ਲਈ ਆ। ਜਿਹੜੀਆਂ ਪ੍ਰਾਈਵੇਟ ਨੌਕਰੀਆਂ ਦਿੱਤੀ ਹੈ ਜੀ, ਸਰਕਾਰੀ ਨੂੰ ਕੋਈ ਦਿੱਤੀ ਕੋਈ ਨਹੀਂ, ਦੱਸਣ ਦਿੱਤੀ ਕੋਈ ਅਜੇ ਤੱਕ ਜੀ। ਅੱਛਾ, ਜਦੋਂ ਕੋਈ ਘਟਨਾ ਵਾਪਰਦੀ ਹੈ ਤੇ ਆਪੋਜੀਸ਼ਨ ਵਾਲੇ ਬੜਾ ਤਗੜਾ ਬਿਆਨ ਦਾਗ ਦਿੰਦੇ ਆ, ਕਹਿੰਦੇ ਨਹੀਂ ਵੀ ਇਹਦੇ ਪੱਲੇ ਕੁਝ ਹੈਗਾ ਵੀ ਆ, ਬਿਆਨ ਦੇਣਾ ਵੀ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। ਸਾਧੂ ਸਿੰਘ ਧਰਮਸੋਤ ਨੂੰ ਵਜ਼ਾਰਤ ਚੋਂ ਛੇਕੋ ਤੇ ਤੁਰੰਤ ਗ੍ਰਿਫਤਾਰ ਕਰੋ। ਸਰਦਾਰ ਸੁਖਬੀਰ ਸਿੰਘ ਬਾਦਲ ਕੀ ਕਹਿਣਾ ਚਾਹੋਗੇ? ਬਿਲਕੁਲ ਠੀਕ ਹੈ ਜੀ। ਉਹਨਾਂ ਨੇ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਬਿਕਰਮ ਸਿੰਘ ਮਜੀਠੀਆ ਨੂੰ ਭਾਵੇਂ ਅਦਾਲਤ ਤੋਂ ਨਹੀਂ ਆਪਣੀ ਵਜ਼ਾਰਤ ਤੋਂ ਨਹੀਂ ਕੱਢਿਆ, ਗੁਲਜ਼ਾਰ ਸਿੰਘ ਰਣੀਕੇ ਦੇ ਸਮੇਂ ਤੇ ਘਪਲਾ ਇਸੇ ਤਰ੍ਹਾਂ ਦਾ ਹੋਇਆ ਸੀ। ਇੱਥੇ ਰੱਖ ਕਰੋੜਾਂ ਰੁਪਏ ਦਾ ਹੋਇਆ ਸੀ, ਛੋਟਾ ਜਿਹਾ ਸੀਗਾ। ਉਹਦੇ ਵਿੱਚ ਮੁੜ ਕੇ ਰਣੀਕੇ ਤੋਂ ਅਸਤੀਫਾ ਲੈ ਲਿਆ ਸੀ, ਭਾਈ ਤੂੰ ਅਸਤੀਫਾ ਦੇ। ਮੁੜ ਕੇ ਸਭ ਕੁਝ ਪੀਏ ਤੇ ਸੁੱਟ ਦਿੱਤਾ ਗਿਆ ਸੀ। ਪੀਏ ਵਿਚਾਰਾ ਅਜੇ ਵੀ ਜੇਲ੍ਹ 'ਚ ਬੈਠਾ ਜੀ। ਪੈਸੇ ਤੇ ਖਾਦੇ ਕੇ ਰਲ ਮਿਲ ਕੇ ਤੇ ਭੁਗਤਣ ਪੀਏ ਡਿਆ। ਹੁਣ ਉਹਦੇ ਵੱਲ ਜੇ ਦਮਨਦੀਪ ਜਿਹੜਾ ਸੀ ਮੁੰਡਾ ਸਰਵਨ ਸਿੰਘ ਫਲੋਰ ਦਾ, ਉਹਦੇ ਮੁੰਡੇ ਨੂੰ ਸਿਰਫ ਕਹਿਤਾ ਸੀ ਵੀ ਤੇਰੇ ਮੁੰਡੇ ਦਾ ਨਾਂ ਜਿਹੜਾ ਵਾ ਉਹ ਨਸ਼ੇ 'ਚ ਆਉਂਦਾ, ਵੀ ਤੂੰ ਵੀ ਅਸਤੀਫਾ ਦੇ ਦੇ। ਤੂੰ ਅਸਤੀਫਾ ਲੈ ਲਿਆ। ਦੋ ਦਲਿਤ ਮੰਤਰੀ ਸੀ, ਦੋਵਾਂ ਕੋ ਅਸਤੀਫਾ ਲੈ ਲਿਆ ਸੀ। ਮੁੜ ਕੇ ਚਲੋ ਸਰਵਨ ਸਿੰਘ ਫਲੋਰ ਨੂੰ ਕਿਸੇ ਪੁੱਛਿਆ ਨਹੀਂ, ਲੇਕਿਨ ਗੁਲਜ਼ਾਰ ਸਿੰਘ ਰਣੀਕੇ ਨੂੰ ਸਾਲ ਕੁ ਬਾਅਦ ਵਾਪਸ ਲੈ ਲਿਆ ਵੀ ਆ ਜਾ, ਕੋਈ ਗੱਲ ਨਹੀਂ। ਉਹ ਵੀ ਪਤਾ ਨਹੀਂ ਕਿੰਨੇ ਤਰਲੇ ਕਢਾ ਕੇ ਕਿੰਨੇ ਕਢਾ ਕੇ
ਇਸ ਕਰਕੇ ਧਰਮ ਸੋਧ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਉਹ ਸੰਗੀਨ ਇਲਜ਼ਾਮ ਨੇ, ਉਹ ਸਾਬਤ ਹੋ ਚੁੱਕੇ ਆ। ਇੱਕ ਐਡੀਸ਼ਨਲ ਸੈਕਟਰੀ ਨੇ ਬਕਾਇਦਾ ਤੌਰ ਤੇ ਇਨਕੁਆਇਰੀ ਕੀਤੀ ਕਿ ਇਹ ਦੋਸ਼ੀ ਉਹਦੇ ਵਿੱਚ ਹੈਗਾ। ਹੁਣ ਸੀਬੀਆਈ ਦੀ ਇਨਕੁਆਇਰੀ ਚਲੀ ਗਈ ਹੈ, ਸੀਬੀਆਈ ਨੇ ਮੁਕੱਦਮਾ ਵੀ ਦਰਜ ਕਰ ਦੇਣਾ। ਧਰਮਸੋਤ ਸਰਮ ਤੋਂ ਵੀ ਗ੍ਰਿਫਤਾਰ ਵੀ ਨਹੀਂ, ਫਿਰ ਕੈਪਟਨ ਸਾਹਿਬ ਕੀ ਜਵਾਬ ਦੇਣ? ਚਾਹੀਦਾ ਇਹਨਾਂ ਨੂੰ ਉਦੋਂ ਸੀ ਧਰਮਸੋਤ ਕੋਲ ਲੈਂਦੇ ਅਸਤੀਫਾ ਤੇ ਪਰਚਾ ਕਰਦੇ ਦਰਜ ਤੇ ਆਪਣੀ ਜਿਹੜੀ ਸੀ ਉਹ ਜਾਂਚ ਕਰਦੇ ਰਹਿੰਦੇ। ਲੇਕਿਨ ਇਹਨਾਂ ਨੇ ਕਾਫੀ ਨਹੀਂ ਕੀਤਾ, ਕਹਿੰਦਾ ਜੀ ਨਿਰਦੋਸ਼ ਆ। ਹੁਣ ਸੀਬੀਆਈ ਦੇਖੋ ਸਾਰੇ ਜਿਹੜੇ ਪਿਛਲੇ ਜਿਹੜੇ ਹੋਰ ਵੀ ਕੇਸ ਪੁੱਟੂਗੀ ਉਹਨਾਂ ਨੇ। 905813 90581320905813 ਰਾਜਨੀਤਿਕ ਪਾਰਟੀਆਂ ਜੋੜ ਤੋੜ ਕਰਦੀਆਂ ਰਹਿੰਦੀਆਂ ਹੁੰਦੀਆਂ, ਕੋਈ ਦੋ ਰਾਵਾ ਨਹੀਂ। ਜੀ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਤੋਂ ਇਨਕਾਰ ਕੀਤਾ ਹੈ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ। ਐਲੀਗੇਸ਼ਨ ਲੱਗਦਾ ਸੀ ਵੀ ਇਹ ਜੀ ਅੰਦਰ ਖਾਤੇ ਚੱਲ ਰਿਹਾ ਜੀ ਕੰਮ, ਕਾਫੀ ਚਰਚਾ ਸੀ, ਕਾਫੀ ਦਿਨਾਂ ਦੀ ਖਬਰ ਪਈ ਹੈ। ਮੈਂ ਸੋਚਿਆ ਅੱਜ ਕੱਲ੍ਹ ਚਰਚਾ ਦੇ ਵਿੱਚ ਨੇ, ਫਿਰ ਆਪਾਂ ਡਿਸਕਸ ਕਰ ਲਈਏ। ਜਿਹੜੇ ਪੰਜਾਬ ਦੇ ਉਹ ਇੰਚਾਰਜ ਨੇ ਜੀ, ਪੰਜਾਬ ਦਾ ਇੰਚਾਰਜ ਲਾਇਆ ਇਹਨਾਂ ਜਰਨੈਲ ਸਿੰਘ ਤੇ ਸਾਰੀਆਂ ਪਾਵਰਾਂ ਲਗਭਗ ਕੋ ਇੰਚਾਰਜ ਕੋ ਕਾਫੀ ਚੱਡਾ ਕੋੜੇ। ਆਮ ਆਦਮੀ ਪਾਰਟੀ ਕੋ ਜਰਨੈਲ ਬੜੇ ਆ, ਇੱਕ ਦੀ ਤੇ ਜਰਨੈਲ ਬੜੇ ਆ, ਇੱਕ ਦੀ ਤੇ ਚਾਰੇ ਦੀ ਲੈ ਲਈ ਬਲੀ। ਜੀ ਜੀ, ਪਰ ਉਹ ਫੋਕੇ ਜਰਨੈਲ ਨੇ ਜੀ, ਅਸਲੀ ਜਰਨੈਲ ਨਹੀਂ ਹੈਗੇ, ਨਾਲ ਹੀ ਜਰਨੈਲ ਲੱਗ ਗਿਆ ਸੀ ਨਾ ਪਤਾ ਉਹਨਾਂ ਨੂੰ ਵੀ ਅਸਲੀ ਕਿਹੜਾ। ਹਾਂਜੀ ਹਾਂਜੀ। ਹੁਣ ਰਾਘਵ ਚੱਡਾ ਪਹਿਲਾਂ ਹੀ ਕਹਿ ਚੁੱਕਾ ਕਿ ਸਾਡਾ ਸੰਯੁਕਤ ਅਕਾਲੀ ਦਲ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਹੋ ਰਿਹਾ। ਜਿਹੜਾ ਭਗਵੰਤ ਮਾਨ ਉਹਨੇ ਵੀ ਕਹਿਤਾ ਵੀ ਸਾਡੀ ਸਮਝੌਤੇ ਦੀ ਕੋਈ ਗੱਲ ਨਹੀਂ ਚੱਲਦੀ, ਲੇਕਿਨ ਜਿਹੜੇ ਸੰਯੁਕਤ ਅਕਾਲੀ ਦਲ ਦੇ ਲੀਡਰ ਸੀ ਉਹ ਕਹਿੰਦੇ ਰਹੇ ਕਿ ਸਾਡੀ ਗੱਲਬਾਤ ਆਮ ਆਦਮੀ ਪਾਰਟੀ ਨਾਲ ਚੱਲ ਰਹੀ। ਲੇਕਿਨ ਹੁਣ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਕਹਿਣਾ ਪੈ ਗਿਆ ਕਿ ਸਾਡੀ ਆਮ ਆਦਮੀ ਪਾਰਟੀ ਨਾਲ ਕਿਸੇ ਕਿਸਮ ਦੀ ਸਮਝੌਤੇ ਦੀ ਕੋਈ ਗੱਲ ਨਹੀਂ ਚੱਲਦੀ, ਅਸੀਂ ਸਾਰੀਆਂ ਸੀਟਾਂ ਤੇ ਚੋਣ ਲੜਾਂਗੇ। 117 ਹਲਕੇ 117 ਚ ਲੜਾਂਗੇ। ਹੁਣ ਜਿਹੜਾ ਰੋਲ 2002 ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਨਿਭਾਇਆ ਸੀ, ਉਹ ਰੋਲ ਹੁਣ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਸਰਦਾਰ ਰਣਜੀਤ ਸਿੰਘ ਪਰਮਪਰਾ ਨਿਭਾਉਣਗੇ। ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਵੀ ਇਹਨਾਂ ਨੂੰ ਐਤਕੀ ਵਿਧਾਨ ਸਭਾ ਤੋਂ ਖਦੇੜ ਕੇ ਤੇ ਅਗਲੇ ਸਾਲ ਜਿਹੜੀਆਂ ਹੋਣ ਵਾਲੀਆਂ ਚੋਣਾਂ ਹੈਗੀਆਂ ਐਸਜੀਪੀਸੀ ਦੀਆਂ ਉਹਦੇ ਤੇ ਕਬਜ਼ਾ ਕਰ। ਇਹਦੇ ਚ ਜਿੱਤਣ ਹਾਰਨ ਦੀ ਕੋਈ ਗੱਲ ਨਹੀਂ, ਚੜਾਉਣ ਦੀ ਗੱਲ। ਜੇ ਘੱਟੋ ਘੱਟ 2% ਵੀ ਵੋਟ ਲੈ ਗਏ ਜਾਂ 3% ਵੀ ਵੋਟ ਲੈ ਗਏ ਤੇ ਅਕਾਲੀ ਦਲ ਦਾ ਜਿੱਤਣਾ ਜਿਹੜਾ ਨਾਮੁਮਕਿਨ। ਕਿਉਂ? ਜਿਹੜੀਆਂ ਇਹ 5% ਵੋਟਾਂ ਅੱਗੇ ਮਿਲੀਆਂ ਸੀ ਭਾਜਪਾ ਨੂੰ, ਉਹ ਇਹਨਾਂ ਦੀ ਮਾਈਨਸ ਹੋਈਆਂ 25% ਨੂੰ ਮਿਲੀਆਂ ਸੀ। ਆਮ ਆਦਮੀ ਜਿਹੜੀ ਹੈਗੀ ਬਸਪਾ ਨੂੰ ਮਿਲੇ ਸੀ 1.1%। ਉਹ ਪਾ ਕੇ ਇਹਨਾਂ ਦੀ ਜਿੱਤ ਕਿਤੇ ਬਣਦੀ ਨਹੀਂ। ਤੇ ਹੁਣ ਜਿਹੜੀ ਇਹਨਾਂ 2% ਖੜਨੀ ਉਹ ਵੀ ਘਟ ਗਈ ਤੇ ਫਿਰ ਪੂਰੀ ਕਿੱਥੋਂ ਹੋਣੀ? ਜੀ ਜੀ, ਉਹ ਤੇ ਕੰਧ ਤੇ ਲਿਖਿਆ ਵੀ ਉਹ ਜਿਹੜੇ ਜੰਗ ਹਾਰ ਕੇ ਬੈਠੇ ਨੇ ਵਿਚਾਰੇ ਆਪਣੀ। ਇਸ ਕਰਕੇ ਉਹ 2002 ਵਾਲੀ ਭੂਮਿਕਾ ਜੋ ਟੌੜਾ ਸਾਹਿਬ ਨੇ ਨਿਭਾਈ ਸੀ ਉਹ ਨਿਭਾਉਣਗੇ। ਤੇ ਜਿੱਦਣ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦੇਗਾ ਉਸ ਦਿਨ ਅਕਾਲੀ ਦਲ ਫਿਰ ਜੁਆਇੰਟ ਹੋ ਜਾਏਗੀ, ਸਾਰੇ ਇਕੱਠੇ ਹੋ ਜਾਣਗੇ ਜੀ। ਲੋ ਅਗਲੀ ਇਸ ਕਰਕੇ ਜੀ ਅਗਲੀ ਲਾਸਟ ਸਾਡੇ ਕੋਲ ਟਾਈਮ ਹੋ ਗਿਆ, ਤੁਸੀਂ ਆਪਣੀ ਗੱਲ ਪੂਰੀ ਕਰ ਲਓ ਪੱਟੀ ਸਾਹਿਬ। ਨਹੀਂ ਬਸ ਇਹ ਨਹੀਂ ਕੋਈ ਗੱਲ ਨਹੀਂ ਵਧੀਆ ਜੀ। ਹਾਂਜੀ ਵੈਲਕਮ ਜੀ, ਜੀ ਆਇਆਂ ਨੂੰ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ 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 ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ ਜੀ, ਮੇਰਾ ਸਵਾਲ ਹੈ ਕਿ ਇਹ ਜਦੋਂ ਸਿਆਸੀ ਲੀਡਰਾਂ ਦੇ ਕੋਲੋਂ ਜ਼ਿਆਦਾ ਗੱਲਾਂ ਕਰਕੇ ਵਿੱਚੋਂ ਗੱਲ ਇਹ ਕਹਿੰਦੇ ਵੀ ਇਹ ਮੇਰਾ ਹੱਕ ਆ, ਮੈਂ ਆਪਦੇ ਹੱਕਾਂ ਲਈ ਲੜਦਾ, ਅਸੀਂ ਆਪਦੇ ਹੱਕਾਂ ਲਈ ਲੜਦੇ ਹਾਂ, ਇਹ ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ। ਮੈਂ ਬਹੁਤ ਚਿਰ ਦਾ ਇਹ ਗੱਲ ਸੋਚਦਾ ਵੀ ਇਹਨਾਂ ਦੇ ਹੱਕ ਹੈ ਕੀ ਆ ਵੀ। ਕੁਰਸੀ ਤੁਸੀਂ ਜਾਓ ਢੱਠੇ ਖੂਹ ਦੇ ਵਿੱਚ। ਬਿਲਕੁਲ ਇਹ ਕਹਿੰਦੇ ਜੀ ਸੇਵਾ ਕਰਦੇ, ਸੇਵਾ ਇਹ ਕਿਸੇ ਦੀ ਨਹੀਂ ਕਰਦੇ। ਸੇਵਾ ਆਪਣੀ ਤੇ ਆਪਣੇ ਪਰਿਵਾਰ ਦੀ ਕਰਦੇ। ਕੈਨੇਡਾ ਅਮਰੀਕਾ ਦੇ ਵਿੱਚ ਉਹ ਹੈਮਿਲਟਨ, ਬਰਲਿੰਗਟਨ, ਸੈਂਟ ਕੈਥਰੀਨ, ਜਿਹੜੀ ਆਪਣੀਆਂ ਮਿਲਟਨ ਦਾ ਸਾਰਾ ਮਤਲਬ ਏਰੀਆ ਬਾਏ ਕਰਨਾ। ਕੈਨੇਡਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵੱਡੇ ਵੱਡੇ ਫਾਰਮ ਬਣਾਉਣੇ ਆ, ਵੱਡੇ ਵੱਡੇ ਮਾਲ ਬਣਾਉਣੇ ਆ,
ਨਿਊਜ਼ੀਲੈਂਡ ਦੇ ਵਿੱਚ ਧਰਤੀ ਲੈਣੀ ਆ ਔਰ ਆਸਟ੍ਰੇਲੀਆ ਦੇ ਵਿੱਚ ਧਰਤੀ ਲੈਣੀ ਆ। ਸੋ ਗੱਲ ਇਹ ਹੈ ਨਾ ਵੀ ਉੱਥੋਂ ਦਾ ਭਲਾ ਥੋੜੀ ਕਰਨਾ, ਗੱਲ ਤੇ ਇਹ ਸੋਚਦੇ ਭਾਜੀ। ਹਾਂਜੀ, ਇਹ 3 ਪ੍ਰਕਾਰ ਦੇ ਹੁੰਦੇ ਜੀ। ਹਾਂ, ਸੋਨੇ ਦੇ ਬਟਨਾਂ ਵਾਲੇ ਕੁੜਤੇ ਪਜਾਮੇ ਪਾਉਣੇ ਆ, ਘੜੀ ਪਾਉਣੀ ਆ, ਵੱਡੀਆਂ ਵੱਡੀਆਂ ਮੁੰਦਰੀਆਂ ਛਾਪਾਂ ਛੱਲੇ ਪਾਉਣੇ ਨੇ। ਹਾਂਜੀ, ਧੀਆਂ ਪੁੱਤਾਂ ਨੂੰ ਵੱਡੀਆਂ ਗੱਡੀਆਂ ਲੈ ਕੇ ਦੇਣੀਆਂ। ਹਾਂ, ਇੱਕ ਹੁੰਦਾ ਕੁਲੀਨ ਤੰਤਰ। ਕੁਲੀਨ ਤੰਤਰ, ਉਹਦੇ ਵਿੱਚ ਹੁੰਦਾ ਵੀ ਰਾਜਾ ਜਿਹੜਾ ਵਾ ਨਾ, ਜੇ ਰਾਜਾ ਬਣਨਾ ਤੇ ਉਹਦੇ ਬੇਟੇ ਨਹੀਂ ਬਾਣੇ, ਭਾਵੇਂ ਉਹ ਲੰਗੜਾ ਤੇ ਭਾਵੇਂ ਲੂਲਾ, ਲੋਕਾਂ ਨੂੰ ਬਰਦਾਸ਼ਤ ਕਰਨਾ। ਅੱਛਾ। ਇੱਕ ਹੁੰਦਾ ਰਾਜਤੰਤਰ। ਜਦੋਂ ਕਿਸੇ ਰਾਜ ਦਾ ਨਿਯੁਕਤੀ ਕਰਨੀ ਹੁੰਦੀ ਤੇ ਉਦੋਂ ਇੱਕ ਜਿਹੜਾ ਵਾ ਘੋੜਾ ਚਿੱਟੇ ਰੰਗ ਦਾ ਘੋੜਾ ਜਿਹੜਾ ਸੀ ਉਹ ਛੱਡਿਆ ਜਾਂਦਾ ਸੀ, ਅੱਥਾ ਘੋੜਾ। ਜਿਹੜਾ ਉਹਨੂੰ ਵਿਅਕਤੀ ਫੜ ਕੇ ਦੀ ਸਵਾਰੀ ਕਰਦਾ ਸੀ ਉਹਨੂੰ ਰਾਜਾ ਬਣਾ ਦਿੱਤਾ। ਇੱਕ ਹੁੰਦਾ ਵਾ ਲੋਕਤੰਤਰ। ਲੋਕਤੰਤਰ ਦੇ ਵਿੱਚ ਰਾਜਾ ਜਿਹੜਾ ਵਾ ਉਹ ਕਿਸੇ ਰਾਣੀ ਦੇ ਪੇਟੋਂ ਦੀ ਉਹ ਮੱਤ ਪੇਟੀ ਦੇ ਵਿੱਚੋਂ ਨਿਕਲਦਾ। ਲੇਕਿਨ ਅੱਜ ਦੀ ਧਾਰਨਾ ਉਲਟ ਹੋ ਚੁੱਕੀ ਹੈ। ਉਹ ਲੋਕਤੰਤਰ ਦੇ ਵਿੱਚ ਵੀ ਹੁਣ ਪੀੜ੍ਹੀ ਦਰ ਪੀੜ੍ਹੀ ਮੁੱਖ ਮੰਤਰੀ ਆ ਰਹੇ ਨੇ, ਉਹ ਜਿਹੜੀ ਮੱਤ ਪੇਟੀ ਵਾਲੀ ਭਾਵਨਾ ਸੀ ਉਹ ਖਤਮ ਹੋ ਚੁੱਕੀ ਹੈ। ਇਸ ਕਰਕੇ ਸੇਵਾ ਕਿਸੇ ਦੀ ਨਹੀਂ ਕਰਦੇ, ਆਪਣੀ ਕਰਦੇ ਆ। ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਸਾਡਾ ਲੋਕਤੰਤਰ ਇਹ ਵਪਾਰ ਬਣ ਚੁੱਕਾ ਵਾ। ਹੁਣ ਰਾਜਨੀਤੀ ਨਹੀਂ ਰਹੀ, ਹੁਣ ਵਪਾਰਕ ਅਦਾਰੇ ਬਣ ਗਏ, ਵਪਾਰ ਕਰਨਾ ਜਿਸ ਦਾ ਮਰਜ਼ੀ ਹੋਵੇ ਜੀ। ਤੁਹਾਡੇ ਸਾਹਮਣੇ ਬਿਜਲੀ ਸਮਝੌਤੇ ਜੋ ਸੁਖਬੀਰ ਸਿੰਘ ਬਾਦਲ ਨੇ ਕੀਤੇ, ਤੇ ਜੇ ਕਿਤੇ ਚੰਗੀ ਤਰ੍ਹਾਂ ਜਾਂਚ ਕਰੋ ਸਭ ਤੋਂ ਨਿਕਲ ਆਏਗਾ ਵੀ ਕਿੱਥੇ ਕੀ ਹੋਇਆ ਕਿੱਥੇ ਨਹੀਂ ਹੈ ਜੀ। ਭੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਕੱਲ ਸ਼ਾਮ ਨੂੰ ਤੁਹਾਡੇ ਸਵੇਰ ਦੇ ਟਾਈਮ ਤੇ ਕੱਲ ਸ਼ਾਮ ਨੂੰ ਮਿਲਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਵੈਰੀ ਮਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।